ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਐਪੀਸੋਡ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਹਰ ਹਫ਼ਤੇ ਇੱਕ ਨਵੀਂ ਸਾਖੀ ਸਾਡੇ ਫੋਰਨਰ ਬੱਚਿਆਂ ਨੂੰ ਸੁਣਾਉਣ ਵਾਸਤੇ ਇਸ ਚੈਨਲ ਦੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਐਪੀਸੋਡ ਰਾਹੀਂ ਬੱਚਿਆਂ ਨਾਲ ਸ਼ੇਅਰ ਕੀਤੀ ਜਾਂਦੀ ਹੈ। ਭਾਗਾਂ ਵਾਲੇ ਨੇ ਉਹ ਪਰਿਵਾਰ ਜਿਹੜੇ ਆਪਣੇ ਬੱਚਿਆਂ ਦੇ ਨਾਲ ਬੈਠਦੇ ਨੇ, ਬੱਚੇ ਕਾਪੀ ਪੈਨ ਲੈ ਕੇ ਬੈਠਦੇ ਨੇ, ਨੋਟਸ ਬਣਾਉਂਦੇ ਨੇ, ਮਾਪੇ ਆਪਣੇ ਲੈਵਲ ਤੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ, ਫਿਰ ਕਹਿੰਦੇ ਨੇ ਪੁੱਤ ਧੀਏ, ਪੁੱਤਰ ਜੀ, ਇਹ ਮੇਰੀ ਧੀ ਸਾਖੀ ਸੁਣਾ। ਫਿਰ ਉਹ ਬੱਚੇ ਸਾਖੀ ਸੁਣਾਉਂਦੇ ਨੇ ਆਪਣੀ ਆਵਾਜ਼ ਵਿੱਚ, ਆਪਣੇ ਸ਼ਬਦਾਂ ਵਿੱਚ, ਆਪਣੇ ਲੈਵਲ ਵਿੱਚ। ਮਾਪੇ ਸਵਾਲ ਪੁੱਛਦੇ ਨੇ, ਬੱਚੇ ਜਵਾਬ ਦਿੰਦੇ ਨੇ। ਟੀਨ ਏਜ ਦੇ ਵਿੱਚ ਤੇ ਬਚਪਨ ਦੇ ਵਿੱਚ ਇਸ ਤਰ੍ਹਾਂ ਦੇ ਬੀਜੇ ਹੋਏ ਬੀਜ, ਚੰਗੇ ਸੰਸਕਾਰ, ਜਦੋਂ ਉਹ ਬੱਚਾ 20-22 ਸਾਲ ਤੋਂ ਉੱਪਰ ਦੀ ਉਮਰ ਵਿੱਚ ਪਹੁੰਚਦਾ ਹੈ ਤਾਂ ਉਹਦੀ ਜ਼ਿੰਦਗੀ ਵਿੱਚ, ਉਹਦੇ ਪਰਿਵਾਰ ਵਿੱਚ ਗੁਰਸਿੱਖੀ, ਗੁਰਮਤਿ ਤੇ ਗੁਰਬਾਣੀ ਦੀ ਅਨਮੋਲ ਦਾਤ ਬਣੀ ਰਹਿ ਜਾਂਦੀ ਹੈ। ਬਚਪਨ ਤੇ ਟੀਨ ਏਜ ਇੱਕ ਐਸੀ ਉਮਰ ਹੁੰਦੀ ਹੈ, ਇਸ ਵਿੱਚ ਅਗਰ ਮਾਪੇ ਅਣਗਹਿਲੀ ਕਰ ਗਏ, ਅਗਰ ਮਾਪਿਆਂ ਦੀ ਲਾਪਰਵਾਹੀ ਹੋਈ, ਉਹ ਇਗਨੋਰੈਂਸ, ਲਾਪਰਵਾਹੀ, ਉਹਦਾ ਕੌੜਾ ਫਲ 20-25 ਸਾਲ ਤੋਂ ਬਾਅਦ ਜਾ ਕੇ ਮਿਲਦਾ ਹੈ, ਜਦੋਂ ਬੱਚੇ ਨੂੰ ਹੋਰ ਤਾਂ ਸਾਰਾ ਗਿਆਨ ਹੁੰਦਾ ਹੈ, ਦੁਨੀਆ ਦਾ ਗਿਆਨ, ਸਾਇੰਸ ਦਾ ਗਿਆਨ, ਮੈਥ ਦਾ ਗਿਆਨ, ਪਰ ਉਹ ਆਪਣੇ ਵਿਰਸੇ ਦੇ ਗਿਆਨ ਪੱਖੋਂ ਖਾਲੀ ਰਹਿ ਜਾਂਦਾ ਹੈ। ਉਹਨੂੰ ਸਿੱਖੀ ਚੰਗੀ ਨਹੀਂ ਲੱਗਦੀ, ਗੁਰਮਤਿ ਚੰਗੀ ਨਹੀਂ ਲੱਗਦੀ। ਫੌਰਨ ਵਿੱਚ ਰਹਿਣ ਵਾਲੇ ਸਾਰੇ ਪਰਿਵਾਰ ਜਾਣਦੇ ਨੇ, ਅੱਜ ਮਾਪਿਆਂ ਦੇ ਕੋਲ ਸਮਾਂ ਨਹੀਂ। ਸਮਾਂ ਹੈ ਤੇ ਉਹਨਾਂ ਬੱਚਿਆਂ ਨੂੰ ਸੁਣਾਉਣ ਵਾਸਤੇ ਅੰਦਰ ਖਜ਼ਾਨਾ ਨਹੀਂ। ਅਗਰ ਖਜ਼ਾਨਾ ਵੀ ਹੈ, ਸਮਾਂ ਕੱਢਿਆ ਗਿਆ ਤੇ ਬੱਚਿਆਂ ਨੂੰ ਉਹ ਮਾਹੌਲ ਨਹੀਂ ਮਿਲਦਾ ਜਿਹੜਾ ਮਾਹੌਲ ਇਸ ਐਪੀਸੋਡ ਰਾਹੀਂ ਮਿਲਦਾ ਹੈ, ਜਾਂ ਗੁਰਮਤਿ ਕਲਾਸਾਂ ਵਿੱਚ ਮਿਲਦਾ ਹੈ, ਗੁਰਮਤਿ ਕੈਂਪਾਂ ਵਿੱਚ ਮਿਲਦਾ ਹੈ। ਸ਼ੁਕਰ ਵਾਹਿਗੁਰੂ ਜੀ ਦਾ, ਆਪਾਂ ਪਿੱਛੇ 1.5 ਮਹੀਨੇ ਤੋਂ ਇਹ ਹਰ ਹਫ਼ਤੇ ਐਪੀਸੋਡ ਲੈ ਕੇ ਤੁਹਾਡੇ ਤੱਕ ਪਹੁੰਚਦੇ ਹਾਂ। ਸਾਡੇ ਨਾਲ ਪੰਜਾਬ ਤੋਂ ਪਿਆਰੇ ਵੀਰ ਇੰਜੀਨੀਅਰ ਹਰਜੋਤ ਸਿੰਘ ਜੀ ਹਰ ਹਫ਼ਤੇ ਤੁਹਾਨੂੰ ਇੱਕ ਨਵੀਂ ਸਾਖੀ ਸੁਣਾਉਂਦੇ ਨੇ। ਆਓ ਉਹਨਾਂ ਨੂੰ ਜੀਓ ਆਇਆਂ ਕਹੀਏ। ਵੀਰ ਜੀਓ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਐਪੀਸੋਡ ਦੇ ਵਿੱਚ ਤੁਹਾਨੂੰ ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹਰਜੋਤ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਸਾਰੇ ਦਰਸ਼ਕ, ਮਾਪੇ, ਬੱਚੇ ਬਹੁਤ ਪਸੰਦ ਕਰ ਰਹੇ ਨੇ ਤੁਹਾਡਾ ਅੰਦਾਜ਼ ਸਾਖੀ ਸੁਣਾਉਣ ਦਾ। ਵਿਸ਼ੇਸ਼ ਤੌਰ ਤੇ ਉਸ ਸਾਖੀ ਦੇ ਵਿੱਚੋਂ ਜਿਹੜੀ ਅਸਲੀ ਗੱਲ ਹੁੰਦੀ ਹੈ, ਉਹ ਹੁੰਦੀ ਹੈ ਸਿੱਖਿਆ। ਉਹ ਜਿਹੜਾ ਨਿਚੋੜ ਕੱਢ ਕੇ ਤੁਸੀਂ ਸਾਹਮਣੇ ਰੱਖਦੇ ਹੋ, ਉਹ ਸੱਚਮੁੱਚ ਹੀ ਸੋਨੇ ਤੇ ਸੁਹਾਗਾ ਹੈ। ਪਿਛਲੇ ਹਫ਼ਤੇ ਤੁਸੀਂ ਇਸ ਐਪੀਸੋਡ ਵਿੱਚ ਕਿਰਤ ਕਰੋ ਨਾਮ ਜਪੋ ਦੀ ਸਾਖੀ ਸਾਂਝੀ ਕੀਤੀ ਸੀ। ਅੱਜ ਤੁਸੀਂ ਸਾਡੇ ਬੱਚਿਆਂ ਦੇ ਨਾਲ ਨਵੀਂ ਸਾਖੀ ਲੈ ਕੇ ਉਹਨਾਂ ਦੇ ਰੂਬਰੂ ਹੋ ਰਹੇ ਹੋ। ਤੁਹਾਨੂੰ ਜੀ ਆਇਆਂ ਨੂੰ। ਆਪਣੀ ਸਾਖੀ, ਗੁਰੂ ਕੀ ਸਾਖੀ, ਆਪਣੇ ਅੰਦਾਜ਼ ਵਿੱਚ, ਆਪਣੇ ਸ਼ਬਦਾਂ ਵਿੱਚ ਸਾਡੇ ਦਰਸ਼ਕਾਂ ਨਾਲ, ਸਾਡੇ ਬੱਚਿਆਂ ਦੇ ਨਾਲ, ਸਾਡੇ ਮਾਪਿਆਂ ਦੇ ਨਾਲ, ਵਿਸ਼ੇਸ਼ ਤੌਰ ਤੇ ਉਹ ਪਰਿਵਾਰ ਜਿਹੜੇ ਬੱਚਿਆਂ ਦੇ ਨਾਲ ਬੈਠ ਕੇ, ਬੱਚੇ ਕਾਪੀ ਪੈਨ ਲੈ ਕੇ ਬੈਠਦੇ ਨੇ, ਸ਼ਿੱਦਤ ਨਾਲ ਉਡੀਕਦੇ ਨੇ, ਉਹਨਾਂ ਨਾਲ ਸਾਂਝੀ ਕਰੋ ਜੀ। ਧੰਨਵਾਦ ਤੁਹਾਡਾ। ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਦਾ ਇੱਕ ਫਰਮਾਨ ਹੈ, ਜਿੱਥੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਗੁਰ ਸੱਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ। ਅਕਸਰ ਸਾਡੇ ਮਨ ਦੇ ਵਿੱਚ ਇੱਕ ਸਵਾਲ ਆ ਜਾਂਦਾ ਹੈ ਵੀ ਅਸੀਂ ਗੁਰੂ ਦੀ ਸੰਗਤ ਕਰਨੀ ਆ ਤੇ ਕਿਵੇਂ ਕਰੀਏ। ਗੁਰਬਾਣੀ ਦੇ ਵਿੱਚ ਵਾਰ-ਵਾਰ ਸੰਗਤ ਦੀ ਬਹੁਤ ਅਹਿਮੀਅਤ ਦਿੱਤੀ ਗਈ। ਚੰਗੀ ਸੰਗਤ ਹੋਵੇਗੀ ਤੇ ਚੰਗਾ ਜੀਵਨ ਬਣ ਜਾਏਗਾ, ਔਰ ਜਿਹੜੇ ਚੰਗੀ ਸੰਗਤ ਨਹੀਂ ਕਰ ਪਾਉਂਦੇ, ਮਹਾਰਾਜ ਕਹਿੰਦੇ ਉਹਦੇ ਜੀਵਨ ਦੇ ਵਿੱਚ, ਮਨ ਦੇ ਵਿੱਚ ਮੈਲ ਭਰ ਜਾਂਦੀ ਹੈ ਵਿਕਾਰਾਂ। ਬਿਨ ਸੰਗਤ ਮੈਲ ਭਰੀਜੈ ਜੀ। ਤੋ ਸੰਗਤ ਦੀ ਬਹੁਤ ਵੱਡੀ ਮਹਾਨਤਾ ਗੁਰਬਾਣੀ ਦੇ ਵਿੱਚ ਦਿੱਤੀ ਆ। ਤੇ ਇੱਕ ਆਮ ਸਿੱਖ ਸੋਚਦਾ ਵੀ ਉਹਦੇ ਵਾਸਤੇ ਉਹ ਕਿੱਡਾ ਵੱਡਾ ਭਾਗਾਂ ਵਾਲਾ ਸਮਾਂ ਹੋਏਗਾ ਵੀ ਜੇ ਉਹਨੂੰ ਗੁਰੂ ਦੀ ਹੀ ਸੰਗਤ ਮਿਲ ਜਾਵੇ।
ਤਾਂ ਗੁਰੂ ਦੀ ਸੰਗਤ ਕਿਵੇਂ ਮਿਲਦੀ ਹੈ? ਇੱਥੇ ਸਤਿਗੁਰੂ ਜੀ ਨੇ ਵੀ ਇੱਕ ਸਵਾਲ ਰੂਪ ਇਹ ਪੰਕਤੀ ਜਿਹੜੀ ਇੱਥੇ ਬਚਨ ਕੀਤਾ ਹੈ, ਤਾਂ ਕਿ ਸਾਡੇ ਅੰਦਰ ਉਹ ਸਵਾਲ ਉੱਠੇ, ਫਿਰ ਮਹਾਰਾਜ ਉਹਦਾ ਜਵਾਬ ਦਿੰਦੇ। ਸਤਿਗੁਰੂ ਕਹਿੰਦੇ ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ। ਆਮ ਤੌਰ ਤੇ ਸਮਾਜ ਦੇ ਵਿੱਚ ਇੱਕ ਇਹ ਸੋਚ ਰੱਖੀ ਜਾਂਦੀ ਆ ਵੀ ਜਦੋਂ ਇੱਕ ਬੰਦਾ ਸਰੀਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨੇੜੇ ਬੈਠ ਗਿਆ, ਗੁਰਦੁਆਰੇ ਚਲਾ ਗਿਆ ਹੈ, ਤੇ ਲੋਕ ਕਹਿ ਦਿੰਦੇ ਵੀ ਇਹ ਗੁਰੂ ਦੀ ਸੰਗਤ ਕਰ ਰਿਹਾ, ਗੁਰੂ ਦੇ ਕੋਲ ਬੈਠਾ। ਤੇ ਜੇ ਕਿਸੇ ਮਜਬੂਰੀ ਕਰਕੇ ਆਪਾਂ ਦੇਖਦੇ ਹਾਂ ਅਬਰੋਡ ਦੇ ਵਿੱਚ ਕਈ ਵਾਰੀ ਕਿਰਤ ਦੀ ਮਜਬੂਰੀ ਹੁੰਦੀ ਆ, ਗੁਰਦੁਆਰਾ ਸਾਹਿਬ ਨੇੜੇ ਨਹੀਂ ਹੁੰਦਾ, ਤਾਂ ਕਈ ਕਈ ਦਿਨ ਗੁਰੂ ਸਾਹਿਬ ਦੇ ਸਰੀਰ ਕਰਕੇ ਨੇੜਿਓਂ ਦਰਸ਼ਨ ਨਹੀਂ ਹੋ ਪਾਉਂਦੇ। ਤੇ ਇਹੋ ਜਿਹੇ ਬੰਦੇ ਲਈ ਅਕਸਰ ਲੋਕ ਇਹ ਸ਼ਬਦ ਵਰਤ ਦਿੰਦੇ ਨੇ ਵੀ ਇਹ ਗੁਰੂ ਦੇ ਨੇੜੇ ਨਹੀਂ ਜਾ ਰਿਹਾ, ਗੁਰੂ ਦੀ ਸੰਗਤ ਨਹੀਂ ਕਰ ਪਾ। ਤੇ ਅਸੀਂ ਸਤਿਗੁਰੂ ਜੀ ਨੂੰ ਪੁੱਛੇ ਵੀ ਸਤਿਗੁਰੂ ਜੀ ਕੀ ਇਸ ਤਰ੍ਹਾਂ ਹੀ ਸੰਗਤ ਹੁੰਦੀ ਹੈ? ਜੇ ਕੋਈ ਸਰੀਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬੈਠ ਗਿਆ, ਕੀ ਇਹ ਗੁਰੂ ਨਾਲ ਨੇੜਤਾ ਹੈ? ਕੀ ਇਹ ਗੁਰੂ ਨਾਲ ਸੰਗਤ ਹੈ? ਔਰ ਜੇ ਕੋਈ ਸਰੀਰ ਕਰਕੇ ਗੁਰੂ ਦੇ ਨੇੜੇ ਨਹੀਂ ਬੈਠ ਪਾ ਰਿਹਾ, ਕੀ ਇਹਨੂੰ ਗੁਰੂ ਤੋਂ ਦੂਰੀ ਕਵਾਂਗੇ? ਤਾਂ ਸਤਿਗੁਰੂ ਜੀ ਜਵਾਬ ਦਿੰਦੇ, ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਦੂਰੀ ਜਾਂ ਨੇੜਤਾ ਨਹੀਂ ਹੁੰਦੀ। ਸਰੀਰ ਕਰਕੇ ਨੇੜੇ ਹੋ ਜਾਣਾ, ਸਰੀਰ ਕਰਕੇ ਗੁਰੂ ਤੋਂ ਦੂਰ ਹੋ ਜਾਣਾ, ਇਹਨੂੰ ਗੁਰੂ ਤੋਂ ਦੂਰੀ ਜਾਂ ਗੁਰੂ ਨਾਲ ਨੇੜਤਾ ਨਹੀਂ ਕਹਿੰਦੇ। ਤੇ ਫਿਰ ਸਤਿਗੁਰੂ ਜੀ ਗੁਰੂ ਨਾਲ ਨੇੜਤਾ ਕਿਵੇਂ ਹੋਵੇ, ਗੁਰੂ ਦੀ ਸੰਗਤ ਕਿਵੇਂ ਹੋਵੇ? ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਮਹਾਰਾਜ ਕਹਿੰਦੇ ਗੁਰੂ ਦੀ ਪ੍ਰਾਪਤੀ, ਗੁਰੂ ਦੀ ਸੰਗਤ ਤਾਂ ਹੈ ਜੇ ਸਾਡਾ ਮਨ ਵੀ ਉਸ ਗੁਰੂ ਦੇ ਚਰਨਾਂ 'ਚ ਜੁੜ ਗਿਆ। ਗੁਰਦੁਆਰੇ ਬੈਠੇ ਆ, ਮਨ ਵੀ ਗੁਰੂ ਦੇ ਚਰਨਾਂ ਤੇ ਪਹੁੰਚ ਗਿਆ, ਤਾਂ ਸਮਝੋ ਇਹ ਗੁਰੂ ਨਾਲ ਅਸਲੀ ਨੇੜਤਾ, ਤੇ ਗੁਰੂ ਇਹੀ ਨੇੜਤਾ ਪ੍ਰਵਾਨ ਕਰਦਾ। ਸੁਲਤਾਨਪੁਰ ਸਾਹਿਬ ਦੀ ਧਰਤੀ, ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਕਾ ਲਾਇਆ, ਨਾ ਕੋਈ ਹਿੰਦੂ ਨਾ ਮੁਸਲਮਾਨ। ਕਿਉਂਕਿ ਹੁਣ ਆਪਾਂ ਜੀਵਨ ਤੋਂ ਸਮਝੀਏ ਕਿ ਕਿਵੇਂ ਕਿਹਨੂੰ ਸਤਿਗੁਰੂ ਜੀ ਨੇ ਧਰਮ ਦੇ ਨਾਲ ਔਰ ਗੁਰੂ ਨਾਲ ਨੇੜਤਾ ਦੱਸੀ। ਗੁਰੂ ਨਾਲ ਨੇੜਤਾ ਕਿਵੇਂ ਹੋਵੇ, ਧਰਮ ਦੇ ਨਾਲ ਨੇੜਤਾ ਕਿਵੇਂ ਹੋਵੇ? ਸੁਲਤਾਨਪੁਰ ਦੀ ਧਰਤੀ ਤੇ ਸਤਿਗੁਰੂ ਜੀ ਨੇ ਇੱਕ ਹੋਕਾ ਲਾਇਆ, ਨਾ ਕੋਈ ਹਿੰਦੂ ਨਾ ਮੁਸਲਮਾਨ। ਸਤਿਗੁਰੂ ਜੀ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਵੀ ਸਾਨੂੰ ਧਰਮਾਂ ਦੇ ਨਾਮ ਤੇ ਵਿਤਕਰੇ, ਲੜਾਈਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਪਰਮਾਤਮਾ ਦੀ ਨਜ਼ਰ ਵਿੱਚ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ, ਕੋਈ ਵੰਡੀਆਂ ਨਹੀਂ, ਕਿਉਂਕਿ ਉਹ ਆਪ ਅਮਜਬੇ ਹੈ, ਉਹ ਆਪ ਮਜ਼ਹਬਾਂ ਤੋਂ ਰਹਿਤ ਹੈ, ਤੇ ਉਹਦੀ ਨਜ਼ਰ ਦੇ ਵਿੱਚ ਕੋਈ ਵੱਖੋ ਵੱਖਰੇ ਮਜ਼ਹਬ ਵੀ ਨਹੀਂ, ਪਰਮਾਤਮਾ ਦੇ ਲਈ ਸਾਰੇ ਇੱਕੋ ਨੇ। ਤੇ ਇਹ ਸੰਦੇਸ਼ ਸਤਿਗੁਰੂ ਜੀ ਪੂਰੀ ਖਲਕਤ ਨੂੰ ਦੇਣ ਦਾ ਯਤਨ ਕਰ ਰਹੇ ਨੇ। ਔਰ ਲਾਜ਼ਮੀ ਜੀ ਗੱਲ ਹੈ ਕਿ ਜਿਹੜੇ ਲੋਕ ਕੱਟੜਪੰਥੀ ਹੁੰਦੇ ਨੇ, ਜਿਹੜੇ ਲੋਕ ਇੱਕ ਸੀਮਾ ਦੇ ਤਹਿਤ ਕੁਛ ਪਰੰਪਰਾਵਾਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੀ ਈਗੋ ਨੂੰ ਤਾਂ ਸੱਟ ਵੱਜਣੀ ਸੀ। ਇਸ ਕਰਕੇ ਕਈਆਂ ਨੂੰ ਬੇਬਸੀ ਹੋਈ, ਕਈ ਵਿਆਕੁਲ ਹੁੰਦੇ ਨੇ ਵੀ ਇਹ ਕੈਸੇ ਸ਼ਬਦ ਵਰਤੇ ਜਾ ਰਹੇ। ਤੇ ਅਕਸਰ ਜਿਹਦੇ ਹੱਥ ਪਾਵਰ ਹੋਵੇ ਫਿਰ ਉਹ ਐਕਸ਼ਨ ਵੀ ਲੈਂਦਾ। ਉਸ ਵਕਤ ਜਿਹੜੀ ਪਾਵਰ ਸੀ ਇਹ ਮੁਗਲਾਂ ਦੇ ਹੱਥ ਸੀ। ਜਦੋਂ ਸਤਿਗੁਰੂ ਜੀ ਨੇ ਇਹ ਹੋਕਾ ਦਿੱਤਾ ਤੇ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾ ਲਿਆ ਤੇ ਕਹਿਣ ਲੱਗੇ, ਹੇ ਨਾਨਕ, ਮੈਂ ਸੁਣਿਆ ਤੂੰ ਇਹ ਹੋਕਾ ਦੇ ਰਿਹਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਹਦਾ ਕੀ ਮਤਲਬ ਹੋਇਆ? ਕੀ ਕਹਿਣਾ ਚਾਹੁੰਦੇ ਹੋ? ਤੇ ਗੁਰੂ ਸਾਹਿਬ ਕਹਿੰਦੇ, ਨਵਾਬ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਕੋਈ ਧਰਮ ਵੱਖੋ ਵੱਖਰੇ ਨਹੀਂ, ਪਰਮਾਤਮਾ ਦੀ ਨਜ਼ਰ ਦੇ ਵਿੱਚ ਅਸੀਂ ਸਾਰੇ ਹੀ ਇੱਕੋ ਆ। ਤੇ ਨਵਾਬ ਕਹਿਣ ਲੱਗਾ ਵੀ ਜੇ ਇੱਕੋ ਆ ਤੇ ਫਿਰ ਸਾਬਤ ਕਰੋ। ਕਿਉਂਕਿ ਆਮ ਤੌਰ ਤੇ ਜੇ ਸੰਸਾਰੀ ਨਜ਼ਰ ਦੇ ਵਿੱਚ ਦੇਖੀਏ ਨਾ, ਸੰਸਾਰ ਦੀ ਅੱਖ ਦੇਖ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ 'ਚ ਹੋਇਆ। ਔਰ ਇਹ ਗੱਲ ਆਪਾਂ ਪਿਛਲੀਆਂ ਸਾਖੀਆਂ ਦੇ ਵਿੱਚ ਵੀ ਜ਼ਿਕਰ ਕਰ ਰਹੇ ਹਾਂ ਕਿ ਪਰਮਾਤਮਾ ਨਾਲ ਜੁੜਿਆ ਹੋਇਆਂ ਦੀ ਕੋਈ ਕੁੱਲ ਨਹੀਂ ਹੁੰਦੀ, ਕੋਈ ਮਜ਼ਹਬ ਨਹੀਂ ਹੁੰਦਾ। ਕਿਉਂਕਿ ਜੇ ਪਰਮਾਤਮਾ ਆਪ ਅਮਜਬੇ ਹੈ, ਜਾਪ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਆਪਾਂ, ਨਮਸਤਵੰ ਅਮਜਬ ਹੈ। ਜੇ ਪਰਮਾਤਮਾ ਦਾ ਮਜ਼ਹਬ ਨਹੀਂ ਤੇ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸਤਿਪੁਰਸ਼ਾਂ ਦਾ ਮਜ਼ਹਬ ਕਿਵੇਂ ਹੋ ਸਕਦਾ? ਤਾਂ ਉਹ ਵੰਡ ਤੋਂ ਉੱਪਰ ਹੁੰਦੇ। ਪਰ ਆਮ ਸੰਸਾਰੀ ਅੱਖ ਦੇਖ ਰਹੀ ਸੀ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਹਿੰਦੂ ਧਰਮ 'ਚ ਹੋਇਆ ਹੈ। ਤੇ ਨਵਾਬ ਸੋਚਦਾ ਹੈ ਵੀ ਜੇ ਸੱਚੀ ਗੁਰੂ ਨਾਨਕ ਸਾਰੇ ਧਰਮਾਂ ਨੂੰ ਇੱਕੋ ਸਮਝਦੇ ਨੇ, ਫਿਰ ਹਿੰਦੂ ਘਰ ਜਨਮ ਲੈਣ ਵਾਲਾ ਮੁਸਲਮਾਨ ਦੀ ਕੋਈ ਰਵਾਇਤ ਅਪਣਾਉਣ ਦੇ ਵਿੱਚ ਸ਼ੰਕਾ ਨਹੀਂ ਕਰੇਗਾ, ਸੰਗੇਗਾ ਨਹੀਂ। ਤੇ ਨਵਾਬ ਕਹਿਣ ਲੱਗਾ ਵੀ ਹੇ ਨਾਨਕ, ਤੁਸੀਂ ਹਿੰਦੂ ਘਰ ਜਨਮੇ ਹੋ, ਜੇ ਤੁਸੀਂ ਸੱਚੀ ਮੰਨਦੇ ਹੋ ਵੀ ਧਰਮਾਂ ਦੇ ਵਿੱਚ ਕੋਈ ਵਖਰੇਵਾ ਨਹੀਂ,
ਫਿਰ ਇੱਕ ਕੰਮ ਕਰੋ, ਮੇਰੇ ਨਾਲ ਚੱਲ ਕੇ ਮਸੀਤ ਦੇ ਵਿੱਚ ਨਮਾਜ਼ ਅਦਾ ਕਰੋ। ਵੇਖ ਲੈਂਦੇ ਆ ਵੀ ਤੁਸੀਂ ਸੱਚੀ ਧਰਮਾਂ ਦੇ ਵਖਰੇਵਿਆਂ ਤੋਂ ਉੱਪਰ ਉੱਠੇ ਹੋ ਕਿ ਨਹੀਂ। ਸਭ ਕਹਿੰਦੇ ਠੀਕ ਆ ਨਵਾਬ ਜੀ, ਮੈਂ ਨਮਾਜ਼ ਪੜ੍ਹਨ ਨੂੰ ਤਿਆਰ ਆ, ਪਰ ਮੇਰੀ ਇੱਕ ਸ਼ਰਤ ਏ। ਕਹਿੰਦੇ ਕੀ ਸ਼ਰਤ? ਗੁਰੂ ਸਾਹਿਬ ਕਹਿੰਦੇ ਮੇਰੀ ਸ਼ਰਤ ਇਹ ਆ ਵੀ ਮੈਂ ਨਮਾਜ਼ ਤਾਂ ਜ਼ਰੂਰ ਪੜਾਂਗਾ, ਪਰ ਸ਼ਰਤ ਇਹ ਆ ਵੀ ਮੈਂ ਨਮਾਜ਼ ਤਾਂ ਪੜਾਂਗਾ ਜੇ ਤੁਸੀਂ ਵੀ ਮੇਰੇ ਨਾਲ ਨਮਾਜ਼ ਪੜ੍ਹੋ। ਨਵਾਬ ਕਹਿੰਦੇ ਠੀਕ ਹੈ, ਇਹਦੇ ਚ ਕਿਹੜਾ ਕੋਈ ਸ਼ੱਕ ਦੀ ਗੱਲ ਹੈ, ਅਸੀਂ ਰੋਜ਼ ਅਦਾ ਕਰਦੇ ਹਾਂ, ਅੱਜ ਵੀ ਕਰਾਂਗੇ, ਬਸ ਤੁਸੀਂ ਨਾਲ ਚੱਲੋ। ਅਸੀਂ ਨਮਾਜ਼ ਅਦਾ ਕਰਾਂਗੇ, ਤੁਸੀਂ ਵੀ ਕਰਿਓ। ਤੇ ਗੁਰੂ ਸਾਹਿਬ ਉਹਨਾਂ ਦੇ ਨਾਲ ਚਾਲੇ ਪਾ ਦਿੰਦੇ ਨੇ, ਮਸੀਤ ਦੇ ਵਿੱਚ ਪਹੁੰਚਦੇ ਨੇ। ਇੱਥੇ ਕਾਜੀ ਵੀ ਹੈ, ਨਵਾਬ ਵੀ ਹੈ, ਮੁਸੱਲਾ ਜਿਹੜਾ ਹੁੰਦਾ, ਮੁਸਲਮਾਨ ਵੀਰ ਜਦੋਂ ਨਮਾਜ਼ ਅਦਾ ਕਰਦੇ ਨੇ ਥੱਲੇ ਇੱਕ ਕੱਪੜੇ ਦੀ ਤਰ੍ਹਾਂ ਵਿਛਾ ਲੈਂਦੇ ਨੇ, ਉਹਨੂੰ ਮੁਸੱਲਾ ਕਹਿੰਦੇ ਨੇ। ਤੋ ਇਹ ਵਿਛਾ ਕੇ ਕਾਜੀ ਵੀ ਬੈਠ ਜਾਂਦਾ ਹੈ, ਨਵਾਬ ਵੀ ਬੈਠ ਜਾਂਦਾ ਹੈ, ਔਰ ਇਹ ਦੋਨੋਂ ਜਾਣੇ ਨਮਾਜ਼ ਅਦਾ ਕਰਨੇ ਸ਼ੁਰੂ ਕਰ ਦਿੰਦੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਕੋਲ ਖਲੋਤੇ ਮੁਸਕਰਾ ਰਹੇ। ਸਮਾਂ ਲੰਘਿਆ, ਇਹਨਾਂ ਦੋਨਾਂ ਨੇ ਨਮਾਜ਼ ਅਦਾ ਕੀਤੀ। ਨਮਾਜ਼ ਅਦਾ ਕਰਨ ਤੋਂ ਬਾਅਦ ਇਹ ਦੋਨੋਂ ਉੱਠੇ ਤੇ ਕਾਜੀ ਨੇ ਸਵਾਲ ਕਰ ਲਿਆ, ਕਹਿਣ ਲੱਗੇ, ਹੇ ਨਾਨਕ, ਤੁਸੀਂ ਤਾਂ ਕਿਹਾ ਸੀ ਸਾਡੇ ਨਾਲ ਬੈਠ ਕੇ ਨਮਾਜ਼ ਅਦਾ ਕਰੋਗੇ, ਪਰ ਤੁਸੀਂ ਨਮਾਜ਼ ਨਹੀਂ ਅਦਾ ਕੀਤੀ, ਤੁਸੀਂ ਤਾਂ ਮੁੱਕਰ ਗਏ। ਗੁਰੂ ਸਾਹਿਬ ਕਹਿੰਦੇ ਮੈਂ ਮੁੱਕਰਿਆ ਨਹੀਂ, ਨਮਾਜ਼ ਮੈਂ ਅਦਾ ਕਰਨੀ ਸੀ, ਪਰ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਵੀ ਮੈਂ ਇੱਕ ਸ਼ਰਤ ਵੀ ਰੱਖੀ ਸੀ, ਨਮਾਜ਼ ਮੈਂ ਤਾਂ ਅਦਾ ਕਰਾਂਗਾ ਜੇ ਤੁਸੀਂ ਵੀ ਮੇਰੇ ਨਾਲ ਨਮਾਜ਼ ਪੜ੍ਹੋਗੇ। ਤੇ ਕਾਜੀ ਕਹਿਣ ਲੱਗਾ ਵੀ ਅਸੀਂ ਤਾਂ ਨਮਾਜ਼ ਪੜ੍ਹੀ ਹੈ, ਤੇਰੇ ਸਾਹਮਣੇ ਪੜ੍ਹੀ ਹੈ, ਤੇ ਤੂੰ ਕਹਿ ਰਿਹਾ ਅਸੀਂ ਨਮਾਜ਼ ਨਹੀਂ ਪੜ੍ਹੀ। ਗੁਰੂ ਸਾਹਿਬ ਕਹਿੰਦੇ ਭੁਲੇਖਾ ਕੱਢ ਦਿਓ, ਨਮਾਜ਼ ਤੁਸੀਂ ਨਹੀਂ ਪੜ੍ਹੀ। ਕਹਿੰਦੇ ਕਿਵੇਂ ਨਹੀਂ ਪੜ੍ਹੀ? ਨਵਾਬ ਅੱਗੇ ਹੋਇਆ ਵੀ ਤੁਸੀਂ ਕਹਿ ਰਹੇ ਹੋ ਨਮਾਜ਼ ਨਹੀਂ ਪੜ੍ਹੀ, ਅਸੀਂ ਤੁਹਾਡੇ ਸਾਹਮਣੇ ਬੈਠ ਕੇ ਪੜ੍ਹੀ ਏ। ਤੇ ਗੁਰੂ ਸਾਹਿਬ ਕਹਿੰਦੇ ਨਵਾਬ ਮੈਂ ਤੇਰਾ ਭੁਲੇਖਾ ਕੱਢ ਦਿਆਂ, ਤੇਰਾ ਸਰੀਰ ਹੀ ਨਮਾਜ਼ ਅਦਾ ਕਰ ਰਿਹਾ ਸੀ, ਪਰ ਤੇਰਾ ਮਨ ਤਾਂ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਹਾ ਸੀ। ਮਨ ਤਾਂ ਤੇਰਾ ਘੋੜੇ ਖਰੀਦਣ ਦੇ ਵਿੱਚ ਲੱਗਾ ਸੀ, ਤੇ ਤੂੰ ਕਹਿੰਦਾ ਨਮਾਜ਼ ਅਦਾ ਕਰ ਰਿਹਾ, ਸਰੀਰ ਕਰਕੇ ਕਰ ਰਿਹਾ ਸੀ। ਜਦੋਂ ਸਤਿਗੁਰੂ ਨੇ ਇਹ ਬਚਨ ਵਰਤੇ ਤੇ ਕਾਜੀ ਅੱਗੇ ਹੋ ਗਿਆ, ਕਹਿਣ ਲੱਗੇ ਨਾਨਕ ਚਲੋ ਨਵਾਬ ਨੇ ਨਹੀਂ ਪੜ੍ਹੀ, ਮੈਂ ਤਾਂ ਪੜ੍ਹ ਰਿਹਾ ਸੀ, ਤੁਸੀਂ ਮੇਰੇ ਨਾਲ ਪੜ੍ਹ ਲੈਂਦੇ। ਤੇ ਗੁਰੂ ਸਾਹਿਬ ਕਹਿੰਦੇ ਕਾਜੀ ਤੂੰ ਵੀ ਭਰਮ ਦੇ ਵਿੱਚ ਨਾ ਰਹਿ ਜਾਵੀਂ, ਭੁਲੇਖਾ ਮੈਂ ਤੇਰਾ ਵੀ ਦੂਰ ਕਰ ਦਿਆਂ। ਜੇ ਨਵਾਬ ਦਾ ਮਨ ਘੋੜੇ ਖਰੀਦ ਰਿਹਾ ਸੀ ਤਾਂ ਤੇਰਾ ਵੀ ਮਨ ਕੋਈ ਨਮਾਜ਼ ਦੇ ਵਿੱਚ ਨਹੀਂ ਸੀ ਲੱਗਾ। ਸਰੀਰ ਤੇਰਾ ਇੱਥੇ ਸੀ, ਪਰ ਮਨ ਤੇਰਾ ਇਸ ਚਿੰਤਾ ਵਿੱਚ ਡੁੱਬਿਆ ਸੀ ਕਿ ਤੇਰੇ ਘਰ ਜਿਹੜੀ ਵਛੇਰੀ ਨੂੰ ਤੇਰੀ ਘੋੜੀ ਨੇ ਜਨਮ ਦਿੱਤਾ ਹੈ, ਉਹ ਕਿਤੇ ਲਾਗੇ ਖੂਹੀ ਦੇ ਵਿੱਚ ਨਾ ਡਿੱਗ ਪਏ। ਮਨ ਤਾਂ ਤੇਰਾ ਵੀ ਚਿੰਤਾ ਦੇ ਵਿੱਚ ਡੁੱਬਾ ਸੀ। ਤੇ ਗੁਰੂ ਸਾਹਿਬ ਜੀ ਨੇ ਇੱਥੇ ਇਹ ਸੰਦੇਸ਼ ਦੇ ਕੇ ਸਾਬਤ ਕਰ ਦਿੱਤਾ ਕਿ ਭਾਈ ਤੁਸੀਂ ਸਰੀਰ ਕਰਕੇ ਨਮਾਜ਼ ਅਦਾ ਕਰ ਰਹੇ ਹੋ, ਸਰੀਰ ਕਰਕੇ ਧਰਮ ਦੇ ਕਰਮ ਕਰ ਰਹੇ ਹੋ, ਪਰ ਜੇ ਤੁਹਾਡਾ ਮਨ ਹੀ ਉਸ ਧਰਮ ਕਰਮ 'ਚ ਨਹੀਂ ਜੁੜਿਆ, ਮਨ ਹੀ ਨਮਾਜ਼ ਦੇ ਵਿੱਚ ਨਹੀਂ ਜੁੜਿਆ, ਤਾਂ ਪ੍ਰਮਾਤਮਾ ਦੇ ਘਰ ਐਸੀ ਪੜੀ ਨਮਾਜ਼ ਪ੍ਰਵਾਨ ਨਹੀਂ ਹੋ ਸਕਦੀ। ਇਹਨੂੰ ਧਰਮ ਦੇ ਨਾਲ ਨੇੜਤਾ ਨਹੀਂ ਕਹੀ। ਤੋ ਇਹ ਗੱਲ ਕੇਵਲ ਉਹਨਾਂ ਤੱਕ ਸੀਮਿਤ ਨਹੀਂ ਰੱਖਣੀ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਕੋਈ ਸਾਖੀ ਸੁਣਾਈ ਜਾਂਦੀ ਆ ਤੇ ਅਸੀਂ ਇਹ ਸਮਝ ਲੈਂਦੇ ਹਾਂ ਵੀ ਇਹ ਸੰਦੇਸ਼ ਬਸ ਉਹਨਾਂ ਨੂੰ ਹੀ ਸੀ, ਪਰ ਗੁਰਬਾਣੀ ਦੇ ਵਿੱਚ ਮੇਰੇ ਦਾਤੇ ਦਾ ਫਰਮਾਨ ਆਉਂਦਾ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ। ਕਈ ਵਾਰੀ ਮਹਾਂਪੁਰਖ ਸਤਿਪੁਰਸ਼ ਕਿਸੇ ਨੂੰ ਪ੍ਰਥਾਏ ਕਰਕੇ, ਕਿਸੇ ਨੂੰ ਸੰਬੋਧਨ ਕਰਕੇ ਬੋਲਦੇ ਨੇ, ਕਿਸੇ ਨੂੰ ਗੱਲ ਕਹੀ ਜਾ ਰਹੀ, ਪਰ ਮਹਾਂਪੁਰਸ਼ ਦਾ ਬੋਲਿਆ ਹੋਇਆ ਬੋਲ ਬਸ ਕਿਸੇ ਤੱਕ ਸੀਮਿਤ ਨਹੀਂ ਹੁੰਦਾ, ਉਹ ਸੰਦੇਸ਼ ਪੂਰੀ ਖਲਕਤ ਵਾਸਤੇ ਹੁੰਦਾ, ਸਾਰਿਆਂ ਦੇ ਵਾਸਤੇ ਸਾਂਝਾ ਹੁੰਦਾ। ਭਾਵੇਂ ਇਹ ਗੱਲ ਨਵਾਬ ਤੇ ਕਾਜੀ ਨੂੰ ਕਹੀ ਗਈ, ਪਰ ਇਹ ਸੰਦੇਸ਼ ਪੂਰੀ ਖਲਕਤ ਨੂੰ ਸੀ ਕਿ ਭਾਈ ਤੁਸੀਂ ਆਪੋ ਆਪਣੇ ਧਰਮ ਦਾ ਕਰਮ ਕਰ ਰਹੇ ਹੋ, ਪਰਮਾਤਮਾ ਦੀ ਬੰਦਗੀ ਵਿੱਚ ਬੈਠੇ ਹੋ। ਜੇ ਸਰੀਰ ਕਰਕੇ ਬੈਠ ਗਏ ਹੋ ਔਰ ਮਨ ਉਸ ਬੰਦਗੀ ਵਿੱਚ ਜੁੜਿਆ ਨਹੀਂ, ਤੇ ਓਨੀ ਦੇਰ ਤੱਕ ਇਹ ਘਾਲਣਾ ਪ੍ਰਵਾਨ ਨਹੀਂ ਹੋ ਸਕਦੀ। ਧਰਮ ਦੇ ਨਾਲ, ਗੁਰੂ ਦੇ ਨਾਲ ਨੇੜਤਾ ਤਾਂ ਹੋਵੇਗੀ ਜੇ ਤੁਹਾਡਾ ਮਨ ਵੀ ਉਸ ਕਰਮ ਦੇ ਨਾਲ ਜੁੜ ਗਿਆ। ਇਸੇ ਕਰਕੇ ਸਤਿਗੁਰੂ ਜੀ ਦਾ ਫਰਮਾਨ ਵੀ ਇੱਕ ਗੁਰਬਾਣੀ ਦੇ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ ਕਈਆਂ ਦੇ ਇਹ ਹਾਲਾਤ ਹੁੰਦੇ ਹਨ ਵੀ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਕਈ ਵਾਰੀ ਸਾਡੇ ਨਾਲ ਵੀ ਇਹ ਹੁੰਦਾ ਹੈ, ਤੇ ਸਤਿਗੁਰੂ ਜੀ ਰਹਿਮਤ ਕਰਨ ਅਸੀਂ ਵੀ ਮਨ ਕਰਕੇ ਗੁਰੂ ਦੀ ਹਜ਼ੂਰੀ 'ਚ ਆ ਜਾਈਏ। ਕਈ ਵਾਰੀ ਅਸੀਂ ਸਰੀਰ ਕਰਕੇ ਗੁਰਦੁਆਰੇ ਚਲੇ ਜਾਂਦੇ ਹਾਂ, ਚਲੋ ਪਹਿਲਾ ਸਟੈਪ ਸੀ ਮੁਬਾਰਕ, ਪਰ ਗੁਰੂ ਦੀ ਸੰਗਤ ਤਾਂ ਹੋਏਗੀ ਜੇ ਸਾਡਾ ਮਨ ਵੀ ਉੱਥੇ ਜੁੜ ਗਿਆ। ਕਈ ਵਾਰੀ ਕੀਰਤਨ ਚੱਲ ਰਿਹਾ ਹੁੰਦਾ ਹੈ, ਪਰ ਸਾਡਾ ਮਨ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰ ਰਿਹਾ ਹੁੰਦਾ ਹੈ। ਅਸੀਂ ਨਿਤਨੇਮ ਕਰ ਰਹੇ ਹਾਂ, ਜਪਜੀ ਸਾਹਿਬ ਪੜ੍ਹ ਰਹੇ ਹਾਂ, ਜਾਪ ਸਾਹਿਬ ਕਰ ਰਹੇ ਹਾਂ, ਪਰ ਮਨ ਕਿਸੇ ਹੋਰ ਹੀ ਚਿੰਤਾਵਾਂ ਦੇ ਵਿੱਚ ਡੁੱਬਿਆ ਹੁੰਦਾ।
ਤੇ ਇਹੀ ਤਾਂ ਕਾਰਨ ਹੈ। ਕਈ ਵਾਰੀ ਬੰਦਾ 30 35 40 ਸਾਲ ਲਗਾਤਾਰ ਨੇਮੀ ਬਣਿਆ ਹੁੰਦਾ ਹੈ, ਪਰ ਮਨ ਉਸ ਨਿਤਨੇਮ ਦੇ ਵਿੱਚ ਜੁੜਿਆ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਨੇਮੀ ਬਣ ਗਿਆ ਪਰ ਪ੍ਰੇਮੀ ਨਹੀਂ ਬਣ ਸਕਦਾ, ਕਿਉਂਕਿ ਮਨ ਹੀ ਤੇ ਪ੍ਰੇਮੀ ਕਿਵੇਂ ਬਣੇਗਾ। ਇਸ ਕਰਕੇ ਮਨ ਨੂੰ ਜੋੜਨ ਦਾ ਜਿਹੜਾ ਅਹਿਮੀਅਤ ਸਤਿਗੁਰੂ ਜੀ ਨੇ ਦਿੱਤੀ ਹੈ, ਔਰ ਸਾਨੂੰ ਇਹ ਗੱਲ ਸਮਝਾਈਏ ਕਿ ਭਾਈ ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਜੇ ਕੋਈ ਸਰੀਰ ਕਰਕੇ ਗੁਰਦੁਆਰੇ ਨਹੀਂ ਜਾ ਪਾ ਰਿਹਾ, ਮਜਬੂਰੀ ਦੇ ਕਰਕੇ, ਇਹ ਨਾ ਸੋਚਿਓ ਵੀ ਉਹਦੀ ਦੂਰੀ ਹੋ ਗਈ ਗੁਰੂ ਤੋਂ। ਉਹ ਘਰ ਬੈਠੇ ਵੀ ਜੇ ਮਨ ਕਰਕੇ ਨਿਤਨੇਮ ਨਾਲ ਜੁੜ ਗਿਆ, ਸਮਝੋ ਗੁਰੂ ਦੀ ਹਜ਼ੂਰੀ 'ਚ ਹੀ ਬੈਠਾ। ਪਰ ਕਈ ਐਸੇ ਜਿਹੜੇ ਰੋਜ਼ ਸਰੀਰ ਗੁਰਦੁਆਰੇ ਜਾ ਰਹੇ ਨੇ, ਪਰ ਮਨ ਗੁਰੂ ਨਾਲ ਨਹੀਂ ਜੁੜਿਆ, ਮਨ ਉੱਥੇ ਨਹੀਂ ਲੱਗਾ, ਤੇ ਮਹਾਰਾਜ ਕਹਿੰਦੇ ਹਜੇ ਵੀ ਗੁਰੂ ਤੋਂ ਦੂਰੀ ਬਣੀ ਹੈ। ਤੋ ਸਤਿਗੁਰੂ ਰਹਿਮਤ ਕਰਨ, ਅਸੀਂ ਮਨ ਕਰਕੇ ਗੁਰੂ ਦੇ ਨਾਲ ਨੇੜਤਾ ਬਣਾ ਲਈਏ। ਮੈਂ 2 ਨੁਕਤੇ ਇੱਥੇ ਹੋਰ ਸਾਂਝੇ ਕਰਾਂਗਾ। ਇਹ ਜਿਸ ਵੇਲੇ ਦਾ ਸਮਾਂ ਹੈ, ਉਸ ਵੇਲੇ ਗੁਰੂ ਪਾਤਸ਼ਾਹ ਇੱਕ ਦੁਨੀਆ ਨੂੰ ਸਿਖਾ ਰਹੇ ਨੇ ਕਿਰਤ ਕਿਵੇਂ ਕਰਨੀ ਹੈ। ਬੇਬੇ ਨਾਨਕੀ ਦੇ ਘਰ ਰਹਿੰਦੇ ਨੇ, ਪ੍ਰਸ਼ਾਦਾ ਪਾਣੀ ਬੇਬੇ ਨਾਨਕੀ ਦੇ ਘਰੋਂ ਛਕਿਆ ਜਾਂਦਾ ਹੈ, ਤੇ ਨੈਚੁਰਲੀ ਇਹ ਭੈਣ ਕਦੀ ਭਰਾ ਤੋਂ ਥੋੜੇ ਹਿਸਾਬ ਕਿਤਾਬ ਲਏਗੀ ਵੀ ਇਹਨੇ ਦਾ ਜਿਹੜਾ ਹੈ ਤੁਸੀਂ ਪ੍ਰਸ਼ਾਦਾ ਛਕਿਆ। ਉਹ ਜਿਹੜੀ ਤਨਖਾਹ ਸੀ, ਤਨਖਾਹ ਗਰੀਬਾਂ ਤੇ ਲਾ ਦਿੰਦੇ ਸਨ, ਕਿਉਂਕਿ ਗੁਰੂ ਪਾਤਸ਼ਾਹ ਨੂੰ ਪਤਾ ਸੀ ਮੇਰਾ ਇੰਨਾ ਬੈਲੈਂਸ ਪਿਆ, ਉਸ ਦੇ ਵਿੱਚ ਗਰੀਬਾਂ ਨੂੰ ਵੰਡ ਦਿੰਦੇ ਸਨ ਤੇ 13 ਕਹਿ ਕੇ ਵੰਡਦੇ ਸਨ। ਉਹਦੇ ਬਾਵਜੂਦ ਵੀ ਲੋਕਾਂ ਨੇ ਨਿੰਦਾ ਕੀਤੀ, ਚੁਗਲੀਆਂ ਕੀਤੀਆਂ, ਸ਼ਿਕਾਇਤਾਂ ਕੀਤੀਆਂ। ਇੱਕ ਮੈਸੇਜ ਇਹ ਕਿ ਦੁਨੀਆ ਤੇ ਅਗਰ ਕੋਈ ਲੋਭੀ ਹੈ, ਆਪਣੇ ਪੈਸੇ ਲਈ ਤੁਰਦਾ ਹੈ, ਲੋਭ ਲਾਲਚ ਕਰਦਾ ਹੈ, ਚਾਹੇ ਠੱਗੀਆਂ ਮਾਰਦਾ ਹੈ, ਚਾਹੇ ਟੈਕਸ ਚੋਰੀ ਕਰਦਾ ਹੈ, ਦੁਨੀਆ ਨੂੰ ਕੋਈ ਪ੍ਰੋਬਲਮ ਨਹੀਂ। ਜਦੋਂ ਕੋਈ ਸਮਾਜ ਲਈ ਕੁਝ ਕਰੇਗਾ, ਕੌਮ ਲਈ ਕੁਝ ਕਰੇਗਾ, ਉਦੋਂ ਜੈਲਸ ਵੀ ਹੋਣਗੇ, ਉਦੋਂ ਨਫ਼ਰਤ ਵੀ ਹੋਏਗੀ, ਨਿੰਦਾ ਵੀ ਹੋਏਗੀ, ਚੁਗਲੀਆਂ ਵੀ ਹੋਣਗੀਆਂ, ਸ਼ਿਕਾਇਤਾਂ ਵੀ ਹੋਣਗੀਆਂ। ਇਹ ਇੱਕ ਨੁਕਤਾ ਦਿਖਾ ਦਿੱਤਾ। ਉਸ ਵੇਲੇ ਉਹਨੂੰ ਟੈਕਲ ਕਿਵੇਂ ਕਰਨਾ ਹੈ। ਗੁਰੂ ਪਾਤਸ਼ਾਹ ਦਾ ਅੰਦਾਜ਼ ਸੀ, ਸਤਿਗੁਰੂ ਸੱਚੇ ਪਾਤਸ਼ਾਹ ਚੁੱਪ ਰਹੇ, ਕੋਈ ਗੱਲ ਨਹੀਂ, ਇਹਨਾਂ ਨੂੰ ਜੋ ਕਰਦੇ ਆ ਕਰਨ। ਹੁਣ ਸਤਿਗੁਰੂ ਜੀ ਚੁੱਪ ਅਵਸਥਾ ਵਿੱਚ ਰਹਿੰਦੇ ਨੇ, ਭਾਵ ਲੋੜ ਨਹੀਂ ਉਹਨਾਂ ਨੂੰ ਜਵਾਬ ਦੇਣ ਦੀ, ਕੋਈ ਨਹੀਂ, ਜੋ ਉਹਨਾਂ ਨੇ ਕੀਤਾ ਕਰਨ ਦੋ। ਤੇ ਜਦੋਂ ਗੁਰੂ ਪਾਤਸ਼ਾਹ ਜਾਂਦੇ ਨੇ ਨਾ ਕਾਜੀ ਦੇ ਨਾਲ ਮਸੀਤ ਵੱਲ ਨੂੰ, ਚੁੱਪਚਾਪ ਉਹਨਾਂ ਨੂੰ ਸੁਣਦੇ ਨੇ, ਉਹਨਾਂ ਨੂੰ ਵਾਚ ਆਊਟ ਕਰਦੇ ਨੇ। ਤਾਂ ਹੋਇਆ ਕੀ ਹੈ ਕਿ ਜਾਂਦਿਆਂ ਉਹ ਜਿੰਨਾ ਰਸਤਾ ਸੀ ਨਾ ਗੁਰੂ ਪਾਤਸ਼ਾਹ ਨਾਲ ਗਿਆ, ਗੁਰੂ ਪਾਤਸ਼ਾਹ ਚੁੱਪ ਨੇ, ਤੇ ਉਹ ਜਿਹੜਾ ਕਾਜੀ ਹੈ ਨਾ, ਉਹ ਘੋੜਿਆਂ ਦੀਆਂ ਗੱਲਾਂ ਹੀ ਕਰਦਾ ਹੈ। ਜਾਂਦਿਆਂ ਪੁੱਛਦਾ ਉੱਥੇ ਘੋੜੇ ਕਿਸ ਤਰ੍ਹਾਂ ਦੇ ਆਏ ਹੋਣਗੇ, ਇਸ ਤਰ੍ਹਾਂ ਦੇ ਘੋੜੇ ਜਿਹੜੇ ਆ, ਜਾਂਦੇ ਘੋੜਿਆਂ ਦੀਆਂ ਗੱਲਾਂ ਕਰਦਾ ਹੈ। ਜਦੋਂ ਨਵਾਜ਼ ਅਦਾ ਹੁੰਦੀ ਹੈ ਨਾ, ਨਵਾਜ਼ ਤੋਂ ਬਾਅਦ ਤੁਰੰਤ ਫਿਰ ਘੋੜਿਆਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਉਹ ਜਿਹੜਾ ਨਵਾਬ ਜਾਨੀ ਇਸ ਤਰ੍ਹਾਂ ਕਰ ਰਿਹਾ, ਜਿਹੜਾ ਕਾਜੀ ਹੈ, ਗੁਰੂ ਪਾਤਸ਼ਾਹ ਨੇ ਦੇਖਿਆ ਜਦੋਂ ਨਵਾਜ਼ ਸ਼ੁਰੂ ਨਹੀਂ ਨਾ ਹੋਈ ਤੇ ਕਾਜੀ ਇਹ ਗੱਲਾਂ ਕਰ ਰਿਹਾ, ਮੇਰੇ ਘਰ ਵਿੱਚ ਜਿਹੜੀ ਹੈ ਘੋੜੀ ਸੂਈ ਹੋਈ ਹੈ ਤੇ ਉਹਦੇ ਬਸ਼ੇਰਾ ਕਿਤੇ ਡਿੱਗ ਨਾ ਪਵੇ, ਇੱਕ ਬੰਦੇ ਨੂੰ ਭੇਜਦਾ ਜਾ ਕੇ ਪਤਾ ਕਰੀ, ਧਿਆਨ ਰੱਖਣੋ। ਤੇ ਉਹ ਜਦੋਂ ਨਵਾਜ਼ ਪੜ੍ਹ ਕੇ ਹਟਦੇ ਨੇ, ਤੁਰੰਤ ਫਿਰ ਘੋੜੀ ਦੀਆਂ ਗੱਲਾਂ ਕਰਦਾ ਹੈ। ਗੁਰੂ ਪਾਤਸ਼ਾਹ ਨੇ ਦੇਖ ਲਿਆ, ਜਿਹੜਾ ਬੰਦਾ ਧਾਰਮਿਕ ਕਿਰਿਆ ਕਰਨ ਤੋਂ ਪਹਿਲਾਂ ਵੀ ਉਹੀ ਗੱਲ ਕਰ ਰਿਹਾ, ਬਾਅਦ 'ਚ ਵੀ ਉਹੀ ਕਰ ਰਿਹਾ, ਇਹਦਾ ਮਤਲਬ ਇਨ ਬਿਟਵੀਨ ਵੀ ਇਹਦੇ ਮਨ ਵਿੱਚ ਉਹੀ ਵਿਚਾਰ ਚੱਲਦੇ ਨੇ। ਕੈਸਾ ਕਮਾਲ ਦਾ ਨੁਕਤਾ। ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨ ਤੋਂ ਪਹਿਲਾਂ ਮਨ ਨੂੰ ਸੰਭਾਲਣਾ ਹੈ। ਬਾਣੀ ਟਿਕੇਗੀ ਤਾਂ ਅਸੀਂ ਗੁਰੂ ਘਰ ਜਾਣਾ ਹੈ, ਪਹਿਲਾਂ ਮਨ ਨੂੰ ਸੰਭਾਲਣਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ। ਜੇ ਜਾਂਦਿਆਂ ਇੱਧਰ ਉੱਧਰ ਦੀਆਂ ਗੱਲਾਂ ਨੇ ਤਾਂ ਫਿਰ ਯਾਦ ਰੱਖਿਓ, ਕਦੀ ਵੀ ਇੱਥੇ ਦਰਸ਼ਕ ਸਾਰੇ ਨੋਟ ਕਰ ਲੈਣ, ਅਗਰ ਕੋਈ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ, ਦੀਵਾਨ ਵਿੱਚ ਬੈਠ ਜਾਂਦਾ ਹੈ, ਦੀਵਾਨ ਦੀ ਸਮਾਪਤੀ ਹੁੰਦੀ ਹੈ, ਬਾਹਰ ਨਿਕਲਦਿਆਂ ਲੰਗਰ ਹਾਲ ਵਿੱਚ ਫਿਰ ਉਹੀ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ, ਇਹਦਾ ਮਤਲਬ ਉਹਦਾ ਦੀਵਾਨ ਵਿੱਚ ਬੈਠੇ ਹੋਏ ਵੀ ਉਹਦਾ ਮਨ ਇਹੀ ਗੱਲਾਂ ਕਰ ਰਿਹਾ ਸੀ। ਇਹਦਾ ਮਤਲਬ ਮਨ ਨੂੰ ਸੰਭਾਲਣਾ ਹੈ, ਆਪਣੇ ਮਤ ਦੇ ਭਾਂਡੇ ਨੂੰ, ਸੁਭਾਅ ਦੇ ਭਾਂਡੇ ਨੂੰ, ਹਿਰਦੇ ਦੇ ਭਾਂਡੇ ਨੂੰ ਤਿਆਰ ਕਰਨਾ ਹੈ, ਤਾਂ ਕਿ ਗੁਰੂ ਦੇ ਬਚਨ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਸਾਹਿਬ ਦੇ ਕੌਤਕਾਂ ਦੇ ਸੀਨ ਸਾਡੇ ਅੰਦਰ ਵਸ ਜਾਣ। ਵੀਰ ਹਰਜੋਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਸਾਡੇ ਬੱਚੇ ਅੱਜ ਤੋਂ ਬਾਅਦ ਇੱਕ ਸਿੱਖਣਗੇ। ਮੈਂ ਸਾਰੇ ਫੋਰਨਰ ਬੱਚਿਆਂ ਨੂੰ ਇੱਥੇ ਇੱਕ ਮੈਸੇਜ ਦੇਣਾ ਚਾਹਾਂਗਾ, ਕੋਸ਼ਿਸ਼ ਕਰੋ
ਇੱਕ ਰੂਟੀਨ ਬਣਾ ਲਓ। ਜਦੋਂ ਤੁਹਾਡੇ ਮਾਤਾ ਪਿਤਾ ਆਪਸ ਵਿੱਚ ਗੱਲਾਂ ਕਰਦੇ ਨੇ, ਮੰਮੀ ਡੈਡੀ ਆਪਸ ਵਿੱਚ ਗੱਲਾਂ ਕਰਦੇ ਨੇ, ਤੁਸੀਂ ਉੱਚੀ ਉੱਚੀ ਸ਼ੋਰ ਪਾਓ, ਤੁਸੀਂ ਫਾਈਟਿੰਗ ਕਰੋ, ਇਟ ਮੀਨਸ ਤੁਸੀਂ ਆਪਣੇ ਆਪ ਨੂੰ ਸੰਭਾਲਣਾ ਨਹੀਂ ਸਿੱਖਿਆ। ਜਦੋਂ ਮੰਮੀ ਡੈਡੀ ਦੇ ਕੋਲ ਕੋਈ ਰਿਸ਼ਤੇਦਾਰ, ਕੋਈ ਮਿੱਤਰ ਦੋਸਤ ਆਉਂਦਾ, ਉਹ ਗੱਲਾਂ ਕਰ ਰਹੇ ਨੇ, ਤੁਸੀਂ ਸ਼ੋਰ ਪਾਉਂਦੇ ਹੋ, ਤੁਸੀਂ ਆਪਣੇ ਆਪ ਨੂੰ ਸੰਭਾਲਣਾ ਨਹੀਂ ਸਿੱਖਿਆ। ਇਹਦਾ ਮਤਲਬ ਤੁਸੀਂ ਗੁਰਦੁਆਰੇ ਨੂੰ ਜਾਂਦਿਆਂ ਵੀ ਸ਼ੋਰ ਪਾਓਗੇ, ਤੁਸੀਂ ਗੁਰਦੁਆਰੇ ਤੋਂ ਬਾਹਰ ਨਿਕਲਦਿਆਂ ਵੀ ਸ਼ੋਰ ਪਾਓਗੇ, ਤੇ ਦੀਵਾਨ ਵਿੱਚ ਬੈਠਿਆਂ ਵੀ ਤੁਹਾਡੇ ਅੰਦਰ ਸ਼ੋਰ ਹੀ ਚੱਲੇਗਾ। ਇਹ ਨਿੱਕੇ ਨਿੱਕੇ ਨੁਕਤੇ ਬੜੇ ਕਮਾਲ ਦੇ ਇਹਨਾਂ ਸਾਖੀਆਂ ਵਿੱਚ ਛੁਪੇ ਹੋਏ ਨੇ। ਗੁਰੂ ਘਰ ਜਾਣ ਤੋਂ ਪਹਿਲਾਂ ਆਪਣੇ ਮਨ ਨੂੰ ਸੰਭਾਲੀਏ, ਹੋ ਸਕੇ ਤਾਂ ਗੁਰੂ ਕੀ ਬਾਤ ਕਰੀਏ, ਹੋ ਸਕੇ ਗੁਰਬਾਣੀ ਦੇ ਅਰਥਾਂ ਦੀ ਗੱਲ ਕਰੀਏ, ਤਾਂ ਕਿ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਲੈ ਕੇ ਜਾਈਏ, ਉਸ ਤੋਂ ਵਧੀਆ ਮਾਹੌਲ ਜਦੋਂ ਉੱਥੇ ਮਿਲੇਗਾ ਤੇ ਉਹ ਅੰਦਰ ਵਸ ਜਾਏਗਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇੱਕ ਸਿੱਖਿਆ ਮਿਲੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀਓ। ਅਗਲੇ ਹਫ਼ਤੇ ਫਿਰ ਨਵੀਂ ਸਾਖੀ ਰਾਹੀਂ ਤੁਹਾਨੂੰ ਸੰਗਤਾਂ ਦੇ ਰੂਬਰੂ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਵੀਰ ਜੀ ਹਰਜੋਤ ਸਿੰਘ ਇੰਜੀਨੀਅਰ, ਜੋ ਕਿ ਗੁਰੂ ਕੇ ਬਾਣੇ ਵਿੱਚ ਯੂਨੀਵਰਸਿਟੀ ਪੜ੍ਹੇ। ਇਸ ਵੇਲੇ ਇੱਕ ਸਕੂਲ ਦੇ ਵਿੱਚ ਅਕੈਡਮੀ ਕੋਆਰਡੀਨੇਟਰ ਦੇ ਤੌਰ ਤੇ ਜੌਬ ਕਰ ਰਹੇ ਨੇ। ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰਾਂ ਨਾਲ ਮਿਲ ਕੇ ਪ੍ਰਚਾਰ ਦੀ ਸੇਵਾ ਕਰ ਰਹੇ ਨੇ। ਇਹਨਾਂ ਦੀ ਪੁਸਤਕ ਸਾਖੀਆਂ ਬਾਬੇ ਨਾਨਕ ਦੀਆਂ, ਬਹੁਤ ਕਮਾਲ ਦੀ ਇਹਨਾਂ ਨੇ ਛੋਟੀਆਂ ਛੋਟੀਆਂ ਸਾਖੀਆਂ ਵਾਲੀ ਉਹ ਪੁਸਤਕ ਲਿਖੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਉਹ ਪੁਸਤਕ ਛਾਪੀ ਗਈ ਹੈ। ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਉਹ ਬੁੱਕ ਜ਼ਰੂਰ ਖਰੀਦੀ ਜਾਵੇ। ਸਾਖੀਆਂ ਬਾਬੇ ਨਾਨਕ ਦੀਆਂ ਪੁਸਤਕ ਆਪਣੇ ਘਰ ਵਿੱਚ ਜ਼ਰੂਰ ਲਿਆਂਦੀ ਜਾਵੇ। ਤੁਹਾਡੇ ਬੱਚਿਆਂ ਦੇ ਲਈ, ਸਾਡੇ ਦਰਸ਼ਕਾਂ ਦੇ ਲਈ ਅਸੀਂ ਇਸ ਐਪੀਸੋਡ ਰਾਹੀਂ ਇੱਕ ਸਾਖੀ ਹਰ ਹਫ਼ਤੇ ਤੁਹਾਡੇ ਨਾਲ ਸਾਂਝੀ ਕਰਵਾਉਂਦੇ ਹਾਂ ਵੀਰ ਜੀ ਹਰਜੋਤ ਸਿੰਘ ਜੀ ਤੋਂ। ਸਾਰੇ ਦਰਸ਼ਕਾਂ ਨੂੰ ਬੇਨਤੀ ਹੈ, ਤੁਸੀਂ ਆਪ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਮਿੱਤਰ ਦੋਸਤ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਤਾਂ ਕਿ ਕੋਈ ਵੀ ਨਵੀਂ ਵੀਡੀਓ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਸਾਡੇ ਹੋਰ ਵੀ ਇਸ ਦੇ ਪੈਰਲਰ ਐਪੀਸੋਡ ਚੱਲ ਰਹੇ ਨੇ। ਇੱਕ ਅਸੀਂ ਐਪੀਸੋਡ ਹਰ ਐਤਵਾਰ ਨੂੰ ਸਿੱਖੀ ਦੀ ਬਗੀਚੀ ਨਾਮ ਦਾ ਐਪੀਸੋਡ ਦੇ ਰਹੇ ਹਾਂ। ਬੱਚਿਆਂ ਦੇ ਅੰਦਰ ਜਿਹੜੇ ਟੈਲੈਂਟਸ ਨੇ, ਬੱਚਿਆਂ ਦੇ ਅੰਦਰ ਪ੍ਰਤਿਭਾ ਹੈ, ਚਾਹੇ ਉਹ ਪ੍ਰਤੱਖ ਰੂਪ ਵਿੱਚ ਹੈ, ਚਾਹੇ ਹਿਡਨ ਰੂਪ ਵਿੱਚ ਹੈ, ਉਹਨੂੰ ਉਭਾਰਨ ਵਾਸਤੇ ਕੋਈ ਵੀ ਬੱਚਾ ਕੀਰਤਨ ਕਰ ਸਕਦਾ ਹੈ, ਕਵਿਤਾ ਪੜ੍ਹ ਸਕਦਾ ਹੈ, ਲੈਕਚਰ ਦੇ ਸਕਦਾ ਹੈ। ਅਸੀਂ ਉਹਨਾਂ ਨੂੰ ਵੀ ਲਾਈਨ 'ਤੇ ਲੈ ਕੇ ਉਹਨਾਂ ਦੀ ਪ੍ਰਤਿਭਾ ਜਿਹੜੀ ਹੈ, ਉਹਨਾਂ ਦੀ ਕਲਾ, ਉਹ ਦਰਸ਼ਕਾਂ ਦੇ ਸਨਮੁਖ ਰੱਖਦੇ ਹਾਂ। ਸਿੱਖੀ ਦੀ ਬਗੀਚੀ ਪ੍ਰੋਗਰਾਮ ਸਾਡਾ ਹਰ ਐਤਵਾਰ ਨੂੰ ਚੱਲਦਾ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਹਰ ਸ਼ੁੱਕਰਵਾਰ ਨੂੰ, ਅਤੇ ਸ਼ਨਿਚਰਵਾਰ ਨੂੰ ਅਸੀਂ ਵੱਖ-ਵੱਖ ਕਾਰੋਬਾਰੀ ਵੀਰ ਭੈਣਾਂ, ਉਹਨਾਂ ਦੇ ਕਾਰੋਬਾਰ ਬਾਰੇ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਨਾਮ ਤੇ ਉਹਨਾਂ ਨੂੰ ਰੂਬਰੂ ਕਰਵਾਉਂਦੇ ਹਾਂ। ਅਗਲੇ ਹਫ਼ਤੇ ਫਿਰ ਇਸ ਐਪੀਸੋਡ ਦੇ ਵਿੱਚ, ਇਸ ਐਪੀਸੋਡ ਦਾ ਨਾਮ ਤੁਹਾਨੂੰ ਸਾਰਿਆਂ ਨੂੰ ਯਾਦ ਹੋ ਗਿਆ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਨਵੀਂ ਸਾਖੀ ਲੈ ਕੇ ਵੀਰ ਜੀ ਹਰਜੋਤ ਸਿੰਘ ਤੁਹਾਡੇ ਰੂਬਰੂ ਹੋਣਗੇ। ਤਦ ਤੱਕ ਲਈ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।